Good morning, bachcho. Yesterday we started chemistry in everyday life chapter, in which we read about chemicals in medicine. Today we will learn about the chemicals in food and cleansing agent. Okay. So first of all, we have chemicals in food. ਕੈਮੀਕਲਸ ਇਨ ਫੂਡ ਬੇਟਾ ਅਸੀਂ ਕੈਮੀਕਲਸ ਨੂੰ ਫੂਡ ਦੇ ਵਿੱਚ ਇਸ ਕਰਕੇ ਐਡ ਕਰਦੇ ਹਾਂ ਤਾਂ ਕਿ ਅਸੀਂ ਉਹਦੀ ਕੁਆਲਿਟੀ ਨੂੰ ਇੰਪਰੂਵ ਕਰ ਸਕੀਏ, ਜਿਸ ਤਰ੍ਹਾਂ ਕਿ ਉਹਦੇ ਵਿੱਚ ਟੇਸਟ ਨੂੰ, ਅਪੀਅਰੈਂਸ ਨੂੰ, ਆਰਡਰ ਨੂੰ ਜਾਂ ਉਹਦੀ ਨਿਊਟ੍ਰੀਟਿਵ ਵੈਲਿਊ ਵਧਾ ਸਕੀਏ। ਉਹ ਇਹ ਸਾਰੀਆਂ ਚੀਜ਼ਾਂ ਜਿਹੜੇ ਵੀ ਅਸੀਂ ਫੂਡ ਦੀ ਅਪੀਅਰੈਂਸ, ਟੇਸਟ, ਨਿਊਟ੍ਰੀਟਿਵ ਵੈਲਿਊ ਵਧਾਉਣ ਵਾਸਤੇ ਉਹਦੇ ਵਿੱਚ ਐਡ ਕਰਦੇ ਹਾਂ, ਉਹਨਾਂ ਨੂੰ ਅਸੀਂ ਫੂਡ ਐਡੀਟਿਵਸ ਕਹਿੰਦੇ ਹਾਂ। ਓਕੇ, ਸੋ ਕੁਝ ਫੂਡ ਐਡੀਟਿਵਸ ਅਸੀਂ ਦੇਖਣੇ ਆ ਕਿਹੜੇ ਕਿਹੜੇ ਅਸੀਂ ਯੂਜ਼ ਕਰਦੇ ਹਾਂ। ਫਸਟ ਸਾਡੇ ਕੋਲ ਹੈ ਫੂਡ ਪ੍ਰੀਜ਼ਰਵੇਟਿਵ। ਇਹਦੇ ਨਾਮ ਤੋਂ ਹੀ ਬੇਟਾ ਕਲੀਅਰ ਹੈ, ਫੂਡ ਨੂੰ ਪ੍ਰੀਜ਼ਰਵ ਕਰਕੇ ਰੱਖਣ ਵਾਲੀ ਚੀਜ਼ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਫੂਡ ਪ੍ਰੀਜ਼ਰਵੇਟਿਵ। ਜਿਸ ਤਰ੍ਹਾਂ ਫੂਡ ਪ੍ਰੀਜ਼ਰਵੇਟਿਵ ਅਗਰ ਅਸੀਂ ਨੋਰਮਲ ਲਾਈਫ ਤੋਂ ਐਗਜ਼ਾਮਪਲ ਲਈਏ ਤਾਂ ਬੇਟਾ ਇਹਦੇ ਵਿੱਚ ਸਾਡੇ ਕੋਲ ਆ ਸਕਦਾ, ਤੁਸੀਂ ਪਿਕਲਸ ਦੇਖੋ, ਪਿਕਲਸ ਦੇ ਵਿੱਚ ਅਸੀਂ ਨਮਕ ਪਾਉਂਦੇ ਹਾਂ ਅਤੇ ਨਾਲ ਉੱਪਰ ਕਿਹਦੀ ਪਰਤ ਦਿੰਦੇ ਹਾਂ, ਅਸੀਂ ਕਿਹਦੇ ਵਿੱਚ ਡਿਪ ਕਰਦੇ ਹਾਂ, ਅਸੀਂ ਪਿਕਲਸ ਨੂੰ ਆਇਲ ਦੇ ਵਿੱਚ। ਠੀਕ ਹੈ, ਜਾਂ ਦੂਸਰੀ ਬੈਸਟ ਐਗਜ਼ਾਮਪਲ ਹੈ ਸਾਡੀ ਡੇਲੀ ਲਾਈਫ ਤੋਂ ਮੁਰੱਬਾ। ਮੁਰੱਬਾ ਚਾਹੇ ਆਮਲੇ ਦਾ ਹੋਏਗਾ ਜਾਂ ਫਿਰ ਕੋਈ ਵੀ ਹੋਏਗਾ, ਗਾਜਰ ਵਾਲਾ ਮੁਰੱਬਾ ਹੈ, ਉਹਦੇ ਵਿੱਚ ਤੁਸੀਂ ਦੇਖੋ ਚਾਸ਼ਨੀ ਡਿਪ ਕੀਤੀ ਹੁੰਦੀ ਹੈ। ਉਹ ਚਾਸ਼ਨੀ ਕੀ ਹੈਗੀ, ਸ਼ੂਗਰ ਸਿਰਪ ਦਾ ਕੰਮ ਕਰਦੀ ਪਈ ਹੈ। ਠੀਕ ਹੈ, ਸੋ ਉਹ ਵਾਲੇ ਕੈਮੀਕਲੀ ਕੰਪਾਊਂਡਸ, ਹੁਣ ਜਿਸ ਤਰ੍ਹਾਂ ਤੁਸੀਂ ਡੈਫੀਨੇਸ਼ਨ ਕੀ ਦੋਗੇ, ਦ ਕੰਪਾਊਂਡਸ ਜਾਂ ਕੈਮੀਕਲ ਸਬਸਟਾਂਸਿਸ ਵਿਚ ਆਰ ਯੂਜ਼ ਟੂ ਪ੍ਰੋਟੈਕਟ ਦ ਫੂਡ ਅਗੇਂਸਟ ਬੈਕਟੀਰੀਆ, ਈਸਟ ਜਾਂ ਮਾਊਲਡ, ਤਾਂ ਕਿ ਉਹਨਾਂ ਦੇ ਵਿੱਚ ਜਿਹੜੇ ਮਾਈਕਰੋਬਸ ਹੈਗੇ ਨੇ ਉਹ ਡਿਵੈਲਪ ਨਾ ਹੋ ਸਕਣ। ਉਹਦੇ ਵਾਸਤੇ ਸਾਨੂੰ ਕਿਸ ਚੀਜ਼ ਨੂੰ ਐਡ ਕਰਨਾ ਪੈਂਦਾ, ਫੂਡ ਪ੍ਰੀਜ਼ਰਵੇਟਿਵ ਨੂੰ। ਸਭ ਤੋਂ ਮੇਨ ਅਗਰ ਅਸੀਂ ਕਿਚਨ ਦੇ ਵਿੱਚ ਦੇਖੀਏ ਤਾਂ ਟੇਬਲ ਸੋਲਟ ਔਰ ਸ਼ੂਗਰ ਹਰ ਇੱਕ ਚੀਜ਼ ਦੇ ਵਿੱਚ ਪੈਂਦੀ ਹੈ। ਔਰ ਬੈਸਟ ਜਿਹੜਾ ਸਾਡੇ ਕੋਲ ਕੈਮੀਕਲੀ ਸਬਸਟਾਂਸ ਹੈਗਾ, ਦੈਟ ਇਜ਼ ਦ ਸੋਡੀਅਮ ਬੈਂਜ਼ੋਏਟ। ਸੋਡੀਅਮ ਬੈਂਜ਼ੋਏਟ ਦਾ ਫਾਰਮੂਲਾ ਵੀ ਤੁਸੀਂ ਯਾਦ ਕਰਨਾ। ਅਨਦਰ ਫੂਡ ਪ੍ਰੀਜ਼ਰਵੇਟਿਵ ਹੈ ਸਾਡੇ ਕੋਲ BHA ਐਂਡ BHT। ਹੁਣੇ ਅਸੀਂ ਇਹਨਾਂ ਦੀ ਫੁੱਲ ਫਾਰਮਸ ਪੜ੍ਹਾਂਗੇ। ਨੈਕਸਟ ਹੈ ਬੇਟਾ ਐਂਟੀਆਕਸੀਡੈਂਟਸ। ਐਂਟੀਆਕਸੀਡੈਂਟਸ ਮਤਲਬ ਇਹਦਾ ਕੀ ਹੈਗਾ ਕਿ ਜਿਹੜੇ ਅਸੀਂ ਫੈਟ ਜਾਂ ਆਇਲਸ ਅਸੀਂ ਆਪਣੇ ਫੂਡ ਦੇ ਵਿੱਚ ਐਡ ਕਰਦੇ ਹਾਂ, ਜਿਸ ਤਰ੍ਹਾਂ ਕਿਸੇ ਸਬਜ਼ੀ ਨੂੰ ਬਣਾਉਣ ਵਾਸਤੇ ਜਿਹੜਾ ਤੇਲ ਜਾਂ ਘਿਓ ਤੁਸੀਂ ਪਾਉਂਦੇ ਹੋ, ਅਗਰ ਤੁਸੀਂ ਦੇਖੋ ਕਿ ਸਮਰਸ ਦੇ ਟਾਈਮ ਦੇ ਵਿੱਚ ਜਿਹੜੀ ਤੁਸੀਂ ਸਬਜ਼ੀ ਬਣਾਈ ਹੋਈ ਹੈ ਉਹਨੂੰ ਇੱਕ ਰਾਤ ਅਗਰ ਬਾਹਰ ਰਹਿ ਜਾਏ ਜਾਂ 5-6 ਘੰਟੇ ਬਾਹਰ ਰਹਿ ਜਾਏ, ਮਤਲਬ ਗਰਮੀ ਦੇ ਵਿੱਚ ਜ਼ਿਆਦਾ ਰਹਿ ਜਾਏ, ਤੇ ਖੱਟੀ ਸਮੈਲ ਆਉਣ ਲੱਗ ਜਾਂਦੀ ਹੈ। ਸੋ ਕੁਝ ਕੈਮੀਕਲ ਸਬਸਟਾਂਸ ਅਸੀਂ ਇੱਦਾਂ ਦੇ ਐਡ ਕਰਦੇ ਹਾਂ ਆਪਣੇ ਫੂਡ ਆਈਟਮਸ ਦੇ ਵਿੱਚ ਤਾਂ ਕਿ ਉਹਨਾਂ ਦੇ ਵਿੱਚ ਰੈਂਸਿਡ ਪ੍ਰੋਪਰਟੀ ਨਾ ਆਏ। ਰੈਂਸਿਡਿਟੀ ਮਤਲਬ ਖਟਾਸ ਨਾ ਆਏ ਉਹਨਾਂ ਦੇ ਵਿੱਚ। ਸੋ ਐਂਟੀਆਕਸੀਡੈਂਟ ਦਾ ਮਤਲਬ ਕੀ ਹੈ, ਆਕਸੀਜਨ ਦਾ ਡਾਇਰੈਕਟ ਕੰਟੈਕਟ ਨਹੀਂ ਹੋ ਪਾਉਂਦਾ ਮਟੀਰੀਅਲ ਦੇ ਨਾਲ। ਠੀਕ ਹੈ, ਸੋ ਦੋਨਾਂ ਡੈਫੀਨੇਸ਼ਨਸ ਦੇ ਵਿੱਚ ਤੁਸੀਂ ਕੋਈ ਵੀ ਕਰ ਸਕਦੇ ਹੋ। ਦ ਕੈਮੀਕਲਸ ਵਿਚ ਆਰ ਯੂਜ਼ ਟੂ ਪ੍ਰੀਵੈਂਟ ਦ ਆਕਸੀਡੇਸ਼ਨ ਆਫ ਫੈਟ। ਆਕਸੀਡੇਸ਼ਨ ਆਫ ਫੈਟ ਇਨ ਕਿਹਦੇ ਵਿੱਚ, ਪ੍ਰੀਜ਼ਰਵਡ ਫੂਡ ਦੇ ਵਿੱਚ, ਜਿਸ ਤਰ੍ਹਾਂ ਪੋਟੈਟੋ ਚਿਪਸ ਹੋ ਗਿਆ, ਬਿਸਕਿਟਸ ਹੋ ਗਏ। ਬਿਸਕਿਟਸ ਵਗੈਰਾ ਦੇ ਵਿੱਚ ਸਮੈਲ ਨਹੀਂ ਆਉਂਦੀ ਹੈਗੀ, ਜਾਂ ਪੋਟੈਟੋ ਚਿਪਸ ਦੇ ਵਿੱਚ ਸਮੈਲ ਨਹੀਂ ਆਉਂਦੀ ਹੈਗੀ। ਤੁਸੀਂ ਲੇਜ਼ ਖਾਂਦੇ ਹੋ, ਕਿਉਂ ਨਹੀਂ ਆਉਂਦੀ, ਕਿਉਂਕਿ ਉਹਨਾਂ ਨੇ ਵਿੱਚ ਕੀ ਐਡ ਕੀਤਾ ਹੁੰਦਾ, ਐਂਟੀਆਕਸੀਡੈਂਟਸ ਐਡ ਕੀਤੇ ਹੁੰਦੇ ਨੇ। ਔਰ ਕਿਹੜੇ ਬੈਸਟ ਐਗਜ਼ਾਮਪਲ ਹੈਗੀ ਸਾਡੇ ਕੋਲ ਐਂਟੀਆਕਸੀਡੈਂਟਸ ਦੀ, BHA ਬਿਊਟਾਈਲੇਟਿਡ ਹਾਈਡਰੋਕਸੀ ਐਨੀਸੋਲ, ਜਾਂ ਫਿਰ ਕੀ ਹੈਗਾ ਸਾਡੇ ਕੋਲ BHT ਬਿਊਟਾਈਲੇਟਿਡ ਹਾਈਡਰੋਕਸੀ ਟੋਲੂਇਨ। ਠੀਕ ਹੈ, ਇਹਨਾਂ ਦੋਨਾਂ ਦੀ ਐਡੀਸ਼ਨ ਕਰਨ ਦੇ ਨਾਲ ਅਸੀਂ ਰੈਂਸਿਡਿਟੀ ਆਫ ਫੈਟ ਨੂੰ ਕੀ ਕਰ ਸਕਦੇ ਹਾਂ, ਖਤਮ ਕਰ ਸਕਦੇ ਹਾਂ। ਤੁਹਾਡੇ ਕੋਲ ਇਸ ਚੈਪਟਰ ਦੇ ਵਿੱਚ ਛੋਟੇ ਕੁਐਸਚਨਸ ਦੇ ਵਿੱਚ ਆ ਸਕਦੀ ਹੈ, ਗਿਵ ਦ ਫੁੱਲ ਫਾਰਮ ਆਫ BHA ਐਂਡ BHT। ਅਗਲਾ ਟੌਪਿਕ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਬੇਟਾ। ਯੈਸ ਬੇਟਾ, ਫਸਟ ਬੇਟਾ ਜੀ ਸਾਡੇ ਕੋਲ ਫੂਡ ਐਡੀਟਿਵ ਸੀਗਾ ਸਾਡਾ ਫੂਡ ਪ੍ਰੀਜ਼ਰਵੇਟਿਵ, ਸੈਕਿੰਡ ਸੀਗਾ ਐਂਟੀਆਕਸੀਡੈਂਟ, ਹੁਣ ਥਰਡ ਹੈਗਾ ਸਾਡੇ ਕੋਲ ਆਰਟੀਫਿਸ਼ੀਅਲ ਸਵੀਟਨਿੰਗ ਏਜੰਟਸ। ਠੀਕ ਹੈ, ਸੋ ਇਹ ਵਾਲਾ ਪੈਰਾ ਤੁਸੀਂ ਲਿਖਣਾ ਨਹੀਂ, ਨੋਟਸ ਦੇ ਵਿੱਚ ਤੁਸੀਂ ਡੈਫੀਨੇਸ਼ਨਸ ਤੋਂ ਸਟਾਰਟ ਕਰਨਾ। ਓਕੇ, ਸੋ ਆਰਟੀਫਿਸ਼ੀਅਲ ਸਵੀਟਨਿੰਗ ਏਜੰਟਸ ਕਿਉਂ ਯੂਜ਼ ਕੀਤੇ ਜਾਂਦੇ ਆ? ਜਿਹੜੀ ਅਸੀਂ ਬੇਟਾ ਨੋਰਮਲ ਸ਼ੂਗਰ ਯੂਜ਼ ਕਰਦੇ ਹਾਂ ਆਪਣੀ ਕਿਚਨ ਦੇ ਵਿੱਚ, ਟੇਬਲ ਸ਼ੂਗਰ ਜਾਂ ਹਨੀ ਯੂਜ਼ ਕਰਦੇ ਹਾਂ, ਉਹ ਨੈਚੁਰਲ ਸਵੀਟਨਰਸ ਹੈਗੇ ਨੇ। ਔਰ ਨੈਚੁਰਲ ਸਵੀਟਨਰਸ ਦੇ ਵਿੱਚ ਮਿੱਠਾ ਬਹੁਤ ਜ਼ਿਆਦਾ ਹੁੰਦਾ, ਜਿਹਦੇ ਕਰਕੇ ਸਾਡੀ ਬੋਡੀ ਦੇ ਅੰਦਰ ਕੈਲੋਰੀਜ਼ ਕੀ ਹੋ ਜਾਂਦੀਆਂ ਨੇ, ਜ਼ਿਆਦਾ ਵੱਧ ਜਾਂਦੀਆਂ ਨੇ। ਜਾਂ ਫਿਰ ਅਗਰ ਅਸੀਂ ਰੈਗੂਲਰ ਦੇਖੀਏ ਕਿ ਸ਼ੂਗਰ ਖਾ ਕੇ ਜਾਂ ਕੋਈ ਮਿੱਠੀ ਚੀਜ਼ ਖਾ ਕੇ ਪਰਸਨਸ ਜਾਂ ਬੱਚੇ ਸੌਂਦੇ ਆ ਅਤੇ ਉਹਨਾਂ ਦੇ ਟੁੱਥ ਕੀ ਹੋ ਜਾਂਦੇ ਨੇ, ਖਰਾਬ ਹੋ ਜਾਂਦੇ ਨੇ, ਟੁੱਥ ਡਿਕੇ ਹੋ ਜਾਂਦਾ ਹੈ। ਇਹ ਪ੍ਰੋਬਲਮਸ ਨੂੰ ਖਤਮ ਕਰਨ ਵਾਸਤੇ ਕੀ ਯੂਜ਼ ਕੀਤਾ ਜਾਣ ਲੱਗ ਗਿਆ, ਆਰਟੀਫਿਸ਼ੀਅਲ ਸਵੀਟਨਰਸ ਯੂਜ਼ ਕੀਤਾ ਜਾਣ ਲੱਗ ਗਿਆ। ਸੋ ਆਰਟੀਫਿਸ਼ੀਅਲ ਸਵੀਟਨਰਸ ਦੀ ਡੈਫੀਨੇਸ਼ਨ ਕਿਹੜੀ ਹੋਗੀ, ਦ ਔਰਗੈਨਿਕ ਸਬਸਟਾਂਸ ਜਾਂ ਕੈਮੀਕਲ ਸਬਸਟਾਂਸ ਵਿਚ ਹੈਵ ਬਿਨ ਸਿੰਥੇਸਾਈਜ਼ਡ ਲੈਬ ਦੇ ਵਿੱਚ ਬਣਾਏ ਜਾਂਦੇ ਨੇ। ਔਰ ਇਹਨਾਂ ਦਾ ਟੇਸਟ ਐਜ਼ ਇਟ ਇਜ਼ ਹੀ, ਜਿਸ ਤਰ੍ਹਾਂ ਸ਼ੂਗਰ ਮਿੱਠਾ ਦਿੰਦੀ ਹੈ ਉਸੇ ਤਰ੍ਹਾਂ ਹੀ ਹੋਏਗਾ, ਬਟ ਇਹਨਾਂ ਦਾ ਇੱਕ
ਕੋਲ ਕੀ ਹੋਏਗਾ, ਕੈਲੋਰੀਜ਼ ਨਹੀਂ ਬਣਾਉਣਗੇ ਜ਼ਿਆਦਾ ਔਰ ਨਾ ਹੀ ਕੀ ਕਰਨਗੇ, ਟੁੱਥ ਡੀਕੇ ਕਰਨਗੇ। ਓਕੇ, ਸੋ ਇਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹਾਂ, ਆਰਟੀਫਿਸ਼ੀਅਲ ਸਵੀਟਨਿੰਗ ਏਜੰਟਸ ਕਹਿ ਦਿੰਦੇ ਹਾਂ। ਕੁਝ ਕਾਮਨ ਆਰਟੀਫਿਸ਼ੀਅਲ ਸਵੀਟਨਿੰਗ ਏਜੰਟਸ ਆਪਾਂ ਡਿਸਕਸ ਕਰਨੇ ਆ। ਫਸਟ ਹੈ ਸਾਡੇ ਕੋਲ ਸੈਕਰਾਈਨ। ਕੁਐਸਚਨ ਕਿਸ ਤਰ੍ਹਾਂ ਬਣ ਕੇ ਆ ਸਕਦਾ, ਨੇਮ ਵਨ ਆਰਟੀਫਿਸ਼ੀਅਲ ਸਵੀਟਨਿੰਗ ਏਜੰਟ। ਓਕੇ, ਸੋ ਆਨਸਰ ਕੀ ਦਵਾਂਗੇ ਤੁਸੀਂ, ਸੈਕਰੀਨ ਦੇ ਸਕਦੇ ਹੋ, ਐਸਪਾਰਟੇਮ ਦੇ ਸਕਦੇ ਹੋ, ਐਲੀਟੇਮ ਦੇ ਸਕਦੇ ਹੋ, ਕੁਝ ਵੀ ਦੇ ਸਕਦੇ ਹੋ। ਸੋ ਸੈਕਰੀਨ ਜਿਹੜੀ ਹੈਗੀ ਹੈ ਸਾਡੇ ਕੋਲ ਆਰਟੀਫਿਸ਼ੀਅਲ ਸਵੀਟਨਿੰਗ ਏਜੰਟ, ਇਹ 550 ਟਾਈਮਸ ਮੋਰ ਸਵੀਟ ਹੈ ਐਜ਼ ਕੰਪੇਅਰ ਟੂ ਦ ਨੋਰਮਲ ਸ਼ੂਗਰ। ਠੀਕ ਹੈ, ਔਰ ਇਹ ਕੌਣ ਪਰਸਨਸ ਯੂਜ਼ ਕਰਦੇ ਨੇ, ਜਿਹੜੇ ਡਾਇਬੀਟਿਕ ਪੇਸ਼ੈਂਟਸ ਹੁੰਦੇ ਨੇ ਜਾਂ ਫਿਰ ਜਿਨ੍ਹਾਂ ਨੇ ਆਪਣੀ ਫੈਟ ਕੰਟਰੋਲ ਕਰਨੀ ਹੁੰਦੀ ਹੈ, ਉਹ ਕਿਹੜਾ ਮਿੱਠਾ ਯੂਜ਼ ਕਰਦੇ ਆ, ਸੈਕਰੀਨ ਵਾਲੀ ਚੀਨੀ ਯੂਜ਼ ਕਰਦੇ ਆ। ਨੈਕਸਟ ਹੈ, ਕਾਫੀ ਸਾਰੀਆਂ ਐਡਸ ਵਗੈਰਾ ਵੀ ਤੁਸੀਂ ਦੇਖਦੇ ਹੋ ਕਿ ਸ਼ੂਗਰ ਫ੍ਰੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹ ਸੈਕਰੀਨ ਹੈ ਸਾਡੇ ਕੋਲ। ਨੈਕਸਟ ਹੈ ਐਸਪਾਰਟੇਮ। ਐਸਪਾਰਟੇਮ ਬੇਟਾ ਕੁਕਿੰਗ ਟੈਂਪਰੇਚਰ ਲਈ ਇੰਨੀ ਜ਼ਿਆਦਾ ਕੰਫਰਟੇਬਲ ਨਹੀਂ ਹੈ, ਇਸ ਕਰਕੇ ਐਸਪਾਰਟੇਮ ਕਿਹਦੇ ਵਿੱਚ ਯੂਜ਼ ਕੀਤੀ ਜਾਂਦੀ ਹੈ, ਸੌਫਟ ਡਰਿੰਕ। ਇਹਦਾ ਕੁਐਸਚਨ ਕਿਸ ਤਰੀਕੇ ਨਾਲ ਬਣ ਕੇ ਆ ਸਕਦਾ, ਨੇਮ ਦਾ ਆਰਟੀਫਿਸ਼ੀਅਲ ਸਵੀਟਨਿੰਗ ਏਜੰਟਸ ਵਿਚ ਯੂਜ਼ਡ ਇਨ ਦ ਸੌਫਟ ਡਰਿੰਕ, ਤੇ ਆਂਸਰ ਕੀ ਆਏਗਾ, ਐਸਪਾਰਟੇਮ ਆਏਗਾ। ਓਕੇ, ਐਲੀਟੇਮ 2000 ਟਾਈਮਸ ज़्यादा स्वीट है एज़ कंपेयर टू द नॉर्मल शुगर। अगर असी दोनों के कंपैरिजन देखिए एसपार्टेम और एलीटेम, और दोनों तो बैटर साढ़े कोल एसपार्टेम आएगी। ओके, क्योंकि ये जी पोटेंसी हैगी है वो बहुत ज़्यादा है, बहुत ज़्यादा मिठा हैगा ये। नैक्सट है बेटा साढ़े कोल सुक्रालोज। सुक्रालोज ਦੀ ਅਪੀਅਰੈਂਸ ਔਰ ਟੇਸਟ ਐਗਜ਼ੈਕਟ ਸ਼ੂਗਰ ਦੀ ਤਰ੍ਹਾਂ ਹੁੰਦਾ ਹੈ, ਔਰ ਸੁਕਰਾਲੋਜ਼ ਸਾਡੇ ਕੋਲ ਕੁਕਿੰਗ ਟੈਂਪਰੇਚਰ 'ਤੇ ਸਟੇਬਲ ਵੀ ਹੈ। ਇਟ ਡਜ਼ ਨਾਟ ਪ੍ਰੋਵਾਈਡ, ਇਹਦਾ ਵੀ ਮੇਨ ਕੰਮ ਕੀ ਹੈਗਾ, ਕੈਲੋਰੀਜ਼ ਨਹੀਂ ਪ੍ਰੋਵਾਈਡ ਕਰਦੀ ਔਰ ਨਾ ਹੀ ਟੁੱਥ ਟੀਕੇ ਦੇ ਵਿੱਚ ਹੈਲਪ ਕਰਦੀ ਹੈ। ਓਕੇ, ਸੋ ਦਿਸ ਇਜ਼ ਆਲ ਅਬਾਊਟ ਦ ਆਰਟੀਫਿਸ਼ੀਅਲ ਸਵੀਟਨਿੰਗ ਏਜੰਟਸ। ਇਨ ਦ ਨੈਕਸਟ video we will discuss about the cleansing agents. Good morning students. Yesterday we discussed about the two main cleansing agents, that is soaps and detergents. Okay, and in this video today we will discuss about the cleansing action of the soaps and the detergents. Soaps and detergents consist of the two parts. दो बेटा main parts होंगे ने, first is the non polar part and second one is the polar part. Okay, so non polar part ਜਿਹੜਾ ਹੋਏਗਾ ਸਾਡੇ ਕੋਲ soaps ਜਾਂ detergents ਆ, ਉਹ ਵਾਲਾ part ਅਸੀਂ ਕਿਹਨੂੰ ਮੰਨ ਕੇ ਚੱਲਣਾ, ਹਾਈਡਰੋਕਾਰਬਨ ਨੂੰ ਮੰਨ ਕੇ ਚੱਲਣਾ। ਹਾਈਡਰੋਕਾਰਬਨ ਕੀ ਹੁੰਦੇ ਬੇਟਾ, ਲੌਂਗ ਚੇਨ ਆਫ ਕਾਰਬਨ ਤੇ ਹਾਈਡਰੋਜਨ। ਜਿਸ ਤਰ੍ਹਾਂ ਅਸੀਂ ਕਿਹਾ ਸੀਗਾ ਸੋਡੀਅਮ ਸਾਲਟ ਆਫ ਹਾਈ ਫੈਟੀ ਐਸਿਡ, ਸੋਪਸ ਦੇ ਵਿੱਚ ਕਾਰਬਨ ਕਿੰਨੇ ਟਾਈਮ ਸੀਗਾ ਸਾਡੇ ਕੋਲ, 17 ਟਾਈਮ, ਹਾਈਡਰੋਜਨ ਕਿੰਨੇ ਟਾਈਮ ਹੈ, 35 ਟਾਈਮ। ਇਹ ਵਾਲਾ ਪੋਰਸ਼ਨ ਕੀ ਹੈ ਸਾਡੇ ਕੋਲ, ਨੋਨ ਪੋਲਰ ਪਾਰਟ, ਹਾਈਡਰੋਕਾਰਬਨ ਪੋਰਸ਼ਨ ਵਾਲਾ। ਸੋ ਨੋਨ ਪੋਲਰ ਪਾਰਟ ਨੂੰ ਅਸੀਂ ਹਾਈਡਰੋਕਾਰਬਨ ਪਾਰਟ ਵੀ ਕਹਿਣਾ ਵਾ। ਇਹਦੇ ਨਾਲ ਹੀ ਇਹਨੂੰ ਅਸੀਂ ਦੋ ਤਿੰਨ ਨਾਮ ਦੇ ਨਾਲ ਹੋਰ ਬੁਲਾਉਂਦੇ ਹਾਂ, ਦੈਟ ਇਜ਼ ਦ ਨੋਨ ਪੋਲਰ ਟੇਲ ਵੀ ਕਹਿ ਸਕਦੇ ਹਾਂ ਹਾਈਡਰੋਕਾਰਬਨ ਪਾਰਟ ਨੂੰ, ਜਾਂ ਫਿਰ ਅਸੀਂ ਇਹਨੂੰ ਕੀ ਕਹਿ ਸਕਦੇ ਹਾਂ, ਹਾਈਡਰੋਫੋਬਿਕ ਪਾਰਟ। ਹਾਈਡਰੋਫੋਬਿਕ ਦਾ ਮਤਲਬ ਹੁੰਦਾ ਜਿਹੜੀ ਚੀਜ਼ ਵਾਟਰ ਨੂੰ ਹੀਟ ਕਰਦੀ ਹੈ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਹਾਈਡਰੋਫੋਬਿਕ ਪਾਰਟ, ਮਤਲਬ ਵਾਟਰ ਰਿਪੈਲਿੰਗ ਪਾਰਟ। ਠੀਕ ਹੈ, ਇਹ ਵਾਲਾ ਜਿਹੜਾ ਪੋਰਸ਼ਨ ਹੋਏਗਾ ਪਾਣੀ ਦੇ ਵਿੱਚ ਡਿਜ਼ੋਲਵ ਨਹੀਂ ਹੋਏਗਾ। ਇਟ ਇਜ਼ ਇਨਸੋਲਿਬਲ ਇਨ ਵਾਟਰ। ਜਿਹੜਾ ਸਾਡੇ ਕੋਲ ਟੇਲ ਵਾਲਾ ਪੋਰਸ਼ਨ ਹੋਏਗਾ, ਨੋਨ ਪੋਲਰ ਟੇਲ ਵਾਲਾ ਪੋਰਸ਼ਨ ਪਾਣੀ ਦੇ ਵਿੱਚ ਇਨਸੋਲਿਬਲ ਹੋਏਗਾ, ਔਰ ਅਗਰ ਚੀਜ਼ ਜਿਹੜੀ ਪਾਣੀ ਦੇ ਵਿੱਚ ਇਨਸੋਲਿਬਲ ਹੋਏਗੀ ਉਹ ਕਿਹਦੇ ਵਿੱਚ ਸੋਲਿਬਲ ਹੋਏਗੀ, ਸੋਇਲ ਜਾਂ ਗਰੀਸ, ਮਤਲਬ ਡਰਟ ਪਾਰਟੀਕਲਸ ਦੇ ਵਿੱਚ ਉਹ ਕੀ ਹੋਏਗੀ, ਸੋਲਿਬਲ ਹੋਏਗੀ। ਸੈਕਿੰਡ ਬੇਟਾ ਪਾਰਟ ਹੈਗਾ ਸਾਡੇ ਕੋਲ ਆਇਨਿਕ ਪਾਰਟ। ਜਿਸ ਤਰ੍ਹਾਂ ਅਸੀਂ ਦੇਖਿਆ ਇਹਦੇ ਵਿੱਚ C17H35 COO ਨੈਗੇਟਿਵ ਔਰ Na ਕੀ ਆ ਜਾਏਗਾ ਸਾਡੇ ਕੋਲ ਪੋਜ਼ੀਟਿਵ। ਇਹ ਕਿਹੜਾ ਪੋਰਸ਼ਨ ਹੋ ਗਿਆ ਸਾਡੇ ਕੋਲ, ਆਇਨਿਕ ਪੋਰਸ਼ਨ ਹੋ ਗਿਆ, ਔਰ ਜਿਸ ਤਰ੍ਹਾਂ ਕਾਰਬੋਕਸੀਲੇਟ ਆਇਨ ਸੀ ਉਹਦੇ ਉੱਪਰ ਕਿਹੜਾ ਚਾਰਜ ਹੈ, ਨੈਗੇਟਿਵ। ਸੋਪਸ ਜਾਂ ਡਿਟਰਜੈਂਟ ਸਲਫੇਟਸ ਹੋਏਗਾ ਸਾਡੇ ਕੋਲ ਡਿਟਰਜੈਂਟਸ ਦੇ ਕੇਸ ਦੇ ਵਿੱਚ। ਇਹ ਵਾਲੇ ਪੋਰਸ਼ਨ ਨੂੰ ਅਸੀਂ ਕਿਹੜਾ ਪੋਰਸ਼ਨ ਕਹਿਣਾ ਵਾ, ਪੋਲਰ ਹੈੱਡ ਕਹਿਣਾ ਵਾ। ਠੀਕ ਹੈ, ਪਿਛਲੇ ਵਾਲੇ ਨੂੰ ਅਸੀਂ ਕੀ ਕਿਹਾ ਸੀ, ਇਸ ਪੋਰਸ਼ਨ ਨੂੰ ਅਸੀਂ ਕੀ ਕਿਹਾ ਸੀਗਾ, ਨੋਨ ਪੋਲਰ ਟੇਲ ਕਿਹਾ ਸੀ। ਇਹ ਵਾਲੇ ਪੋਰਸ਼ਨ ਨੂੰ ਅਸੀਂ ਕੀ ਕਹਿਣਾ, ਪੋਲਰ ਹੈੱਡ ਕਹਿਣਾ। ਨਾਲ ਦੀ ਨਾਲ ਹੀ ਹਾਈਡਰੋਫਿਲਿਕ ਪਾਰਟ ਕਹਿਣਾ। ਹਾਈਡਰੋਫਿਲਿਕ ਦਾ ਮਤਲਬ ਹੁੰਦਾ ਵਾਟਰ ਲਵਿੰਗ ਜਿਹਦੀ ਨੇਚਰ ਹੈਗੀ ਹੈ, ਸੋ ਮਤਲਬ ਵਾਟਰ ਅਟਰੈਕਟਿੰਗ। ਠੀਕ ਹੈ, ਸੋ ਇੱਥੋਂ ਕੀ ਹੋਏਗਾ, ਜਿਹੜੇ ਸਾਡੇ ਕੋਲ ਪੋਲਰ ਹੈੱਡ ਵਾਲਾ ਪੋਰਸ਼ਨ ਹੋਏਗਾ ਉਹ ਸੋਲਿਬਲ ਹੋਏਗਾ ਵਾਟਰ ਦੇ ਵਿੱਚ, ਔਰ ਇਨਸੋਲਿਬਲ ਕਿਹਦੇ ਵਿੱਚ ਹੋਏਗਾ, ਆਇਲ ਜਾਂ ਗਰੀਸ ਦੇ ਵਿੱਚ ਹੋਏਗਾ। ਸਿੰਪਲੀਸਿਟੀ ਵਾਸਤੇ ਬੇਟਾ ਦੇਖੋ, ਅਸੀਂ ਇੱਕ ਸਾਈਡ 'ਤੇ ਸੋਪ ਲੈ ਲਿਆ, ਦੂਸਰੀ ਸਾਈਡ 'ਤੇ ਅਸੀਂ ਕੀ ਲੈ ਲਿਆ, ਡਿਟਰਜੈਂਟਸ। ਠੀਕ ਹੈ, ਇਹ ਸਾਡੇ ਕੋਲ ਕੋਈ ਵੀ ਸੋਪ ਹੋ ਸਕਦਾ, ਸੋਡੀਅਮ ਸਟੈਰੇਟ, ਸੋਡੀਅਮ ਸਾਲਟ ਆਫ ਹਾਈ ਫੈਟੀ ਐਸਿਡ, ਇਹ ਕੀ ਹੋ ਸਕਦਾ ਸਾਡੇ ਕੋਲ, ਡਿਟਰਜੈਂਟਸ। ਲੈਫਟ ਵਾਲਾ ਪੋਰਸ਼ਨ ਜਿਹੜਾ ਹਾਈਡਰੋਕਾਰਬਨ ਪੋਰਸ਼ਨ ਹੈ ਉਹਨੂੰ ਅਸੀਂ ਕੀ ਮੰਨ ਕੇ ਚੱਲੇ ਹਾਂ, ਨੋਨ ਪੋਲਰ ਟੇਲ ਮੰਨ ਕੇ ਚੱਲੇ ਹਾਂ, ਮਤਲਬ ਹਾਈਡਰੋਫੋਬਿਕ ਪਾਰਟ ਮੰਨ ਕੇ ਚੱਲੇ ਹਾਂ, ਜਿੰਨੇ ਪਾਣੀ ਦੇ ਵਿੱਚ ਡਿਜ਼ੋਲਵ ਨਹੀਂ ਹੋਣਾ। ਔਰ ਜਿਹੜੇ
ਚਾਰਜ ਵਾਲਾ ਪੋਰਸ਼ਨ ਹੈਗਾ, ਪੋਲਰ ਹੈਡ ਹੈਗਾ ਵੈ, ਉਹਨੂੰ ਅਸੀਂ ਕੀ ਮੰਨ ਕੇ ਚੱਲੇ ਹਾਂ ਹਾਈਡਰੋਫਿਲਿਕ, ਇੰਨੇ ਪਾਣੀ ਵਿੱਚ ਕੀ ਕਰ ਜਾਣਾ, ਡਿਜ਼ੋਲਵ ਕਰ ਜਾਣਾ। ਠੀਕ ਹੈ, ਇਸੇ ਤਰ੍ਹਾਂ ਡਿਟਰਜੈਂਟਸ ਦੇ ਵਿੱਚ ਵੀ ਸੇਮ ਕੇਸ ਆਏਗਾ। ਠੀਕ ਹੈ, ਸਿੰਪਲ ਬਣਾਉਣ ਵਾਸਤੇ ਇਹਨੂੰ ਅਸੀਂ ਕੁਝ ਇਸ ਤਰੀਕੇ ਦੀ ਲੁੱਕ ਦਿੱਤੀ ਹੈ। ਇਹ ਜਿਹੜੇ ਸਾਡੇ ਕੋਲ ਤੁਹਾਨੂੰ ਦਿਖ ਰਹੇ ਜ਼ਿਗਜ਼ੈਗ, ਮਤਲਬ ਜ਼ਿਗਜ਼ੈਗ ਦੇ ਵਿੱਚ ਅਸੀਂ ਕਿਹਨੂੰ ਮੰਨ ਕੇ ਚੱਲੇ ਹਾਂ, ਨੋਨ ਪੋਲਰ ਟੇਲ ਨੂੰ, ਹਾਈਡਰੋਫੋਬਿਕ ਪਾਰਟ ਨੂੰ ਮੰਨ ਕੇ ਚੱਲੇ ਹਾਂ। ਔਰ ਲਾਸਟ ਦੇ ਵਿੱਚ ਅਸੀਂ ਕੀ ਲਗਾ ਦਿੱਤਾ, ਉਹਨਾਂ ਦੇ ਪੋਲਰ ਹੈਡਸ ਬਣਾ ਦਿੱਤੇ, O ਨੈਗੇਟਿਵ ਔਰ Na ਪੋਜ਼ਿਟਿਵ। ਇਹ ਵਾਲੀ ਜਿਹੜੇ ਸਾਡੇ ਕੋਲ ਜ਼ਿਗਜ਼ੈਗ ਮੈਨਰ ਦੇ ਵਿੱਚ ਟੇਲ ਹੈਗੀ, ਉਹਨੂੰ ਅਸੀਂ ਵਾਟਰ ਰਿਪੈਲਿੰਗ ਐਂਡ ਕਹਿੰਦੇ ਹਾਂ। ਔਰ ਜਿਹੜਾ ਅਦਰ ਹੈ ਪੋਰਸ਼ਨ ਹੈਗਾ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਵਾਟਰ ਅਟਰੈਕਟਿੰਗ ਐਂਡ ਕਹਿ ਦਿੰਦੇ ਹਾਂ। ਠੀਕ ਹੈ, ਨੈਕਸਟ ਦੇਖੋ ਬੇਟਾ, ਹੁਣ ਜਦੋਂ ਡਰਟ ਕਲੋਥ ਦੇ ਵਿੱਚ ਹੋਏਗੀ, ਕਾਹਦੇ ਕਰਕੇ ਹੁੰਦੀ ਹੈ ਬੇਟਾ, ਇੱਕ ਕੱਪੜੇ ਦੇ ਉੱਪਰ ਅਗਰ ਨਿਸ਼ਾਨ ਹੈਗੇ ਤੇ ਕਾਹਦੇ ਕਰਕੇ ਹੈਗੇ, ਕਿਉਂਕਿ ਉਹਦੇ ਵਿੱਚ ਓਇਲ ਹੈ ਜਾਂ ਫਿਰ ਕੀ ਹੈਗੀ, ਉਹਦੇ ਵਿੱਚ ਗਰੀਸ ਹੈਗੀ। ਠੀਕ ਹੈ, ਹੁਣ ਜਦੋਂ ਸੋਪਸ ਤੇ ਡਿਟਰਜੈਂਟਸ ਡਿਜ਼ੋਲਵ ਹੋਣਗੇ, ਜਦੋਂ ਸੋਪ ਤੇ ਡਿਟਰਜੈਂਟ ਡਿਜ਼ੋਲਵ ਹੋਣਗੇ ਪਾਣੀ ਦੇ ਵਿੱਚ, ਤੁਸੀਂ ਕਲੋਥਸ ਵਾਸ਼ ਕਰਨ ਤੋਂ ਪਹਿਲਾਂ ਕੀ ਕਰਦੇ ਹੋ, ਡਿਪ ਕਰਦੇ ਹੋ, ਉਹਦੇ ਵਿੱਚ ਤੁਸੀਂ ਸਰਫ ਜਾਂ ਲਿਕੁਇਡ ਐਸਿਡਸ ਵਗੈਰਾ ਤੁਸੀਂ ਯੂਜ਼ ਕਰਦੇ ਹੋ। ਜਦੋਂ ਸੋਪ ਔਰ ਡਿਟਰਜੈਂਟਸ ਡਿਜ਼ੋਲਵ ਕਰੋਗੇ ਤੁਸੀਂ ਪਾਣੀ ਦੇ ਵਿੱਚ, ਤੇ ਅਗਰ ਤੁਸੀਂ ਡਰਟੀ ਕਲੋਥ ਉਹਦੇ ਵਿੱਚ ਐਡ ਕਰਦੇ ਹੋ, ਤੇ ਇੱਕ ਗੈਦਰਡ ਕੰਪੋਜੀਸ਼ਨ ਬਣਦੀ ਹੈ, ਐਗਰੀਗੇਟਡ ਮੋਲੀਕਿਊਲਸ ਬਣਦੇ ਹੈ, ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ, ਮਿਸਲਸ ਕਹਿ ਦਿੰਦੇ, ਮਾਈਸਲਸ ਵੀ ਕਹਿ ਦਿੰਦੇ ਜਾਂ ਫਿਰ ਮਿਸਲਸ ਕਹਿ ਦਿੰਦੇ, ਦੋਨਾਂ ਨਾਮ ਦੇ ਨਾਲ ਬੋਲ ਸਕਦੇ ਹੋ ਤੁਸੀਂ ਇਹਨਾਂ ਨੂੰ। ਇਹ ਬਹੁਤ ਇੰਪੋਰਟੈਂਟ ਡੈਫੀਨੇਸ਼ਨ ਹੈ। ਨਾ ਦਾ ਕੁਐਸਚਨ ਰਾਈਜ਼ ਕਿ ਮਿਸਲਸ ਕਿਸ ਤਰੀਕੇ ਨਾਲ ਬਣਿਆ। ਇਹ ਬੇਟਾ ਤੁਹਾਡੇ ਕਲੋਥ ਦੇ ਉੱਪਰ, ਸਪੋਜ਼ ਤੁਹਾਡੇ ਕੋਲ ਵਾਈਟ ਕਲੋਥ ਹੈਗਾ, ਵਾਈਟ ਕਲੋਥ ਦੇ ਉੱਪਰ ਤੁਹਾਡੇ ਕੋਲ ਇੱਕ ਡਰਟ ਲੱਗ ਗਿਆ, ਮਤਲਬ ਜਿਸ ਤਰ੍ਹਾਂ ਕੋਈ ਵੀ ਜਿਹੜਾ ਡਰਟ ਦਾ ਨਿਸ਼ਾਨ ਹੈ ਉਹ ਲੱਗ ਗਿਆ, ਉਹਦੇ ਵਿੱਚ ਕੀ ਹੋਏਗਾ, ਓਇਲ ਹੋਏਗੀ ਜਾਂ ਫਿਰ ਕੀ ਹੋਏਗੀ, ਗਰੀਸ ਹੋਏਗੀ ਉਹਦੇ ਵਿੱਚ। ਠੀਕ ਹੈ, ਹੁਣ ਜਦੋਂ ਤੁਸੀਂ ਸੋਪ ਨੂੰ ਜਾਂ ਡਿਟਰਜੈਂਟ ਨੂੰ ਇਹਦੇ ਨਾਲ ਕੰਟੈਕਟ ਦੇ ਵਿੱਚ ਲਿਆਂਦਾ, ਸੋਪ ਨੂੰ ਪਾ ਦਿੱਤਾ ਪਾਣੀ ਦੇ ਵਿੱਚ ਜਾਂ ਡਿਟਰਜੈਂਟ ਨੂੰ ਪਾਣੀ ਦੇ ਵਿੱਚ ਪਾ ਦਿੱਤਾ, ਤੇ ਫਿਰ ਕੀ ਹੋਏਗਾ, ਇਹ ਕੀ ਬਣਿਆ ਸਾਡੇ ਕੋਲ, ਨੋਨ ਪੋਲਰ ਟੇਲ। ਨੋਨ ਪੋਲਰ ਟੇਲ ਪਾਣੀ ਦੇ ਵਿੱਚ ਕੀ ਹੈ, ਡਿਸੋਲੀਬਲ ਨਹੀਂ ਹੈ, ਉਹਨੇ ਕਿਹਦੇ ਨਾਲ ਕੰਬੀਨੇਸ਼ਨ ਬਣਾ ਲੈਣਾ, ਆਪਣਾ ਓਇਲ ਜਾਂ ਗਰੀਸ ਦੇ ਨਾਲ ਬਣਾ ਲੈਣਾ। ਔਰ ਹੈਡ ਜਿਹੜਾ ਹੈਗਾ ਵੈ ਉਹ ਕੀ ਹੈ, ਕਿਹੜੀ ਵਾਲੀ ਸਾਈਡ ਵੱਲ ਮੂਵ ਕਰੇਗਾ, ਵਾਟਰ ਵਾਲੀ ਸਾਈਡ, ਇਹਦੇ ਆਸੇ ਪਾਸੇ ਸਾਰਾ ਕੀ ਹੋਏਗਾ, ਵਾਟਰ ਹੋਏਗਾ। ਠੀਕ ਹੈ, ਆਪੋਜ਼ਿਟ ਦੋਨੋਂ ਨੇ ਨੋਨ ਪੋਲਰ ਟੇਲ ਆਫ ਸੋਪ ਡਿਜ਼ੋਲਵ ਕਰੇਗੀ ਨੋਨ ਪੋਲਰ ਓਇਲ ਜਾਂ ਗਰੀਸ ਦੇ ਵਿੱਚ, ਜਦ ਕਿ ਜਿਹੜਾ ਪੋਲਰ ਹੈਡ ਹੋਏਗਾ ਉਹ ਕਿੱਧਰ ਵੱਲ ਜਾਏਗਾ, ਵਾਟਰ ਵਾਲੀ ਸਾਈਡ ਤੇ ਜਾਏਗਾ। ਠੀਕ ਹੈ, ਸੋ ਵੈਨ ਦ ਡਰਟੀ ਕਲੋਥਸ, ਔਰ ਇਹ ਜਿਹੜੀ ਇੱਕ ਕੰਪੋਜੀਸ਼ਨ ਬਣੇਗੀ ਆਇਲ ਡ੍ਰੌਪ ਦੇ ਅਰਾਊਂਡ, ਜਿਹੜੀ ਪੂਰੀ ਕੰਪੋਜੀਸ਼ਨ ਬਣੇਗੀ, ਪ੍ਰੋਸੈਸ ਬਣੇਗੀ, ਐਗਰੀਗੇਟਡ ਮੋਲੀਕਿਊਲਸ ਬਣਨਗੇ, ਉਹਨੂੰ ਅਸੀਂ ਕੀ ਕਹਿ ਦੇਣਾ, ਮਿਸਲਸ ਕਹਿ ਦੇਣਾ। ਇਹ ਬੇਟਾ ਇੱਕ ਮੈਂ ਮਿਸਲਸ ਬਣਾਇਆ ਹੋਇਆ ਵੈ, ਸਾਡੇ ਕੋਲ ਇੱਕ ਕਲੋਥ ਦੇ ਅੰਦਰ ਬਹੁਤ ਸਾਰੇ ਡਰਟ ਪਾਰਟੀਕਲ ਹੋ ਸਕਦੇ ਨੇ, ਸੋ ਸਾਡੇ ਕੋਲ ਅਲੱਗ-ਅਲੱਗ ਮਿਸਲਸ ਬਣ ਸਕਦੀਆਂ ਨੇ। ਠੀਕ ਹੈ, ਅਲੱਗ-ਅਲੱਗ ਮਿਸਲਸ ਬਣ ਸਕਦੀਆਂ ਨੇ ਸਾਡੇ ਕੋਲ। ਠੀਕ ਹੈ, ਸੋ ਨੈਕਸਟ ਦੇਖੋ ਹੁਣ ਕੀ ਹੋ ਗਿਆ, ਜਦੋਂ ਸਾਡੇ ਕੋਲ ਮਿਸਲਸ ਬਣ ਗਏ, ਜਦੋਂ ਡਰਟੀ ਕਲੋਥਸ ਨੂੰ ਆਪਾਂ ਡਿਪ ਕਰ ਦਿੱਤਾ ਸੋਪ ਦੇ ਵਿੱਚ ਜਾਂ ਡਿਟਰਜੈਂਟ ਦੇ ਵਿੱਚ, ਤੇ ਫਿਰ ਕੀ ਹੋ ਗਿਆ, ਦੋਨੋਂ ਕਮ ਇਨ ਕੰਟੈਕਟ ਵਿਦ ਈਚ ਅਦਰ, ਨੋਨ ਪੋਲਰ ਟੇਲ ਨੇ ਡਿਜ਼ੋਲਵ ਹੋ ਗਈ ਨੋਨ ਪੋਲਰ ਓਇਲ ਵੱਲ, ਤੇ ਜਦ ਕਿ ਪੋਲਰ ਹੈਡ ਜਿਹੜਾ ਸੀਗਾ ਉਹ ਕਿਹਦੇ ਵੱਲ ਚਲਾ ਗਿਆ, ਵਾਟਰ ਵਾਲੀ ਸਾਈਡ ਤੇ ਕੀ ਕਰ ਗਿਆ, ਚਲਾ ਗਿਆ। ਨਾਓ ਐਜ਼ ਮੋਰ ਐਂਡ ਮੋਰ ਸੋਪ ਪਾਰਟੀਕਲਸ ਐਂਟਰ ਦ ਗਰੀਸ, ਜੇ ਜ਼ਿਆਦਾ ਸੋਪ ਪਾਰਟੀਕਲ ਗਰੀਸ ਦੇ ਵਾਲੀ ਸਾਈਡ ਤੇ ਐਂਟਰ ਕਰਨਗੇ, ਹਰ ਇੱਕ ਜਿਹੜਾ ਓਇਲ ਪਾਰਟੀਕਲ ਹੈਗਾ ਉਹ ਸਰਾਊਂਡਡ ਬਾਈ ਨੰਬਰ ਆਫ ਨੈਗੇਟਿਵਲੀ ਚਾਰਜਡ ਐਂਡ, ਜ਼ਿਆਦਾ ਚਾਰਜਿਸ ਨੈਗੇਟਿਵਲੀ ਚਾਰਜਡ ਐਂਡ ਬਣੇ ਜਾਣਗੇ, ਸਿੰਸ ਜਿਹੜੇ ਸਿਮਿਲਰ ਚਾਰਜ ਨੇ ਉਹ ਕੀ ਹੁੰਦੇ ਜਾਣਗੇ, ਇੱਕ ਦੂਸਰੇ ਤੋਂ ਰਿਪੈਲ ਹੁੰਦੇ ਜਾਣਗੇ। ਔਰ ਜਦੋਂ ਅਸੀਂ ਰਬ ਕਰ ਦੇਵਾਂਗੇ ਹੈਂਡ ਦੇ ਨਾਲ, ਕਲੋਥ ਨੂੰ ਰਬ ਕਰਾਂਗੇ, ਤੇ ਉਹ ਜਿਹੜਾ ਕਲੋਥ ਕੀ ਕਰੇਗਾ, ਡਰਟ ਨੂੰ ਬ੍ਰੇਕ ਕਰ ਦੇਗਾ, ਔਰ ਗਰੀਸ ਪਾਰਟੀਕਲ ਵਾਟਰ ਡ੍ਰੌਪਲੇਟ ਬਣ ਕੇ ਪਾਣੀ ਦੇ ਥਰੂ ਬਾਹਰ ਨਿਕਲ ਜਾਏਗੀ। ਐਜ਼ ਅ ਰਿਜ਼ਲਟ cloth ਕੀ ਹੋ ਜਾਏਗਾ, free from the dirt and droplets are washed away with water. This is all about the cleansing action of soap.